अस्सलाम वालेकुम। शानी जट वीलॉग ऑफिशियल चैनल ਦੇ ਤੁਹਾਨੂੰ ਸਭ ਨੂੰ ਬਹੁਤ-ਬਹੁਤ ਖੁਸ਼ ਆਮਦੀਦ। ਮੇਰੀ ਦੁਆ ਹੈ ਕਿ ਤੁਸੀਂ ਜਿੱਥੇ ਵੀ ਬਾਦ ਅੱਲਾਹ ਪਾਕ ਤੁਹਾਨੂੰ ਸਭ ਨੂੰ ਆਪਣੀ ਹਿਫਜ਼-ਏ-ਮਾਨ ਦੇ ਵਿੱਚ ਰੱਖੇ, ਆਮੀਨ। ਮੇਰੇ ਉਹ ਦੋਸਤ, ਮੇਰੇ ਉਹ ਭਰਾ ਜਿਹੜੇ ਅੱਜ ਪਹਿਲੀ ਵਾਰੀ ਮੇਰੇ ਚੈਨਲ ਦੇ ਵਿੱਚ ਆਏ ਨੇ, ਉਹਨਾਂ ਕੋਲੋਂ ਗੁਜ਼ਾਰਿਸ਼ ਹੈ ਕਿ ਮੇਰੇ ਚੈਨਲ ਨੂੰ ਜ਼ਿਆਦਾ ਤੋਂ ਜ਼ਿਆਦਾ ਸਬਸਕ੍ਰਾਈਬ ਕਰੋ, ਲਾਈਕ ਕਰੋ, ਸ਼ੇਅਰ ਕਰੋ ਤੇ ਘੰਟੀ ਦੇ ਨਿਸ਼ਾਨ ਨੂੰ ਦਬਾਓ ਤਾਂ ਕਿ ਮੇਰਾ ਵੀਲੌਗ बर वक्त ਤੁਹਾਡੇ ਤੱਕ ਪਹੁੰਚੇ ਤੇ ਕੋਸ਼ਿਸ਼ ਕਰੋ ਕਿ ਮੇਰੇ ਵੀਲੌਗ ਨੂੰ ਆਖਰ ਤੱਕ ਦੇਖੋ। ਅੱਛਾ ਜਨਾਬ, ਅੱਜ ਕੁਛ ਖਾਸ ਖਬਰਾਂ ਲੈ ਕੇ ਆਏ ਹਾਂ ਤੁਹਾਡੇ ਅੱਗੇ। ਸਭ ਤੋਂ ਪਹਿਲੇ ਤੇ ਤੁਹਾਡੇ ਅੱਗੇ ਜ਼ਿਕਰ ਕਰਾਂਗੇ ਮਾਰਕੇ ਹੱਕ ਦੇ ਹਵਾਲੇ ਨਾਲ, ਜਿਹੜਾ ਕਿ ਕੱਲ ਮਨਾਇਆ ਗਿਆ ਬੜੇ ਜੋਸ਼ ਤੇ ਜਜ਼ਬੇ ਦੇ ਨਾਲ। ਬਨਿਆਨੁਲ ਮਰਸੂਸ ਮਾਰਕਾ ਹੱਕ ਸਾਨੂੰ ਯਾਦ ਦਿਲਾਉਂਦਾ ਹੈ ਕਿ ਅਸੀਂ 10 ਮਈ 2025 ਨੂੰ ਅਸੀਂ ਦੁਸ਼ਮਣਾਂ ਦੇ ਜਿਹੜੇ ਸਨ ਅਸੀਂ ਦੰਦ ਖੱਟੇ ਕੀਤੇ। ਇਹਦੇ ਵਿੱਚ ਤੁਸੀਂ ਇੱਕ ਚੀਜ਼ ਨੂੰ ਗੌਰ ਨਾਲ ਸੁਣਨਾ ਕਿ ਉਹ ਸਿਰਫ ਇੱਕ ਦੁਸ਼ਮਣ ਨਹੀਂ ਸੀ, ਉਹ ਦੁਸ਼ਮਣ ਹੈਗੇ ਸਨ ਬਹੁਤ ਜ਼ਿਆਦਾ। ਇੱਕ ਤੇ ਇੰਡੀਆ ਸਾਡਾ ਖੁੱਲਾ ਦੁਸ਼ਮਣ ਹੈਗਾ, ਦੂਸਰਾ ਉਹਦੇ ਪਿੱਛੇ ਇਜ਼ਰਾਈਲ ਹੈਗਾ ਤੇ ਤੀਸਰਾ ਜਿਹੜਾ ਹੈਗਾ ਉਹ ਫਿਤਨਤੁਲ ਖਵਾਰਿਜ ਜਿਹੜਾ ਅਫਗਾਨਿਸਤਾਨ ਦੇ ਵਿੱਚ ਚੁੱਪ ਕੇ ਬੈਠਾ ਹੋਇਆ। ਇਹਨਾਂ ਤਿੰਨਾਂ ਨੇ ਜਨਾਬ ਰਲ ਕੇ ਜਿਹੜਾ ਸੀ ਨਾ ਹਮਲਾ ਕੀਤਾ ਸੀ ਪਾਕਿਸਤਾਨ ਦੇ ਉੱਤੇ। ਜਨਾਬ ਇਹਨਾਂ ਨੇ ਪਹਿਲਗਾਮ ਵਾਕਿਆ ਕੀਤਾ ਆਪਾਂ ਹੀ ਤੇ ਉਹਦਾ ਇਲਜ਼ਾਮ ਲਾ ਦਿੱਤਾ ਪਾਕਿਸਤਾਨ ਦੇ ਉੱਤੇ। ਤੇ ਇਹਨਾਂ ਨੇ ਜਨਾਬ 5-6 ਮਈ ਨੂੰ ਜਿਹੜਾ 5-6 ਅਪ੍ਰੈਲ ਨੂੰ ਜਿਹੜਾ ਸੀ ਕਿ ਉਹਨਾਂ ਨੇ ਇਹ ਸਾਰਾ ਕੰਮ ਕੀਤਾ ਤੇ ਉਹਨਾਂ ਨੇ ਕਿਹਾ ਜੀ ਕਿ ਲੋ ਜੀ ਕਿ ਇਹ ਪਹਿਲਗਾਮ ਵਾਕਿਆ ਹੋਇਆ ਤੇ ਅਸੀਂ ਜਿਹੜਾ ਹੈਗਾ ਨਾ ਕਿ ਹੁਣ ਪਾਕਿਸਤਾਨ ਕੋਲੋਂ ਬਦਲਾ ਲੈਣਾ। ਤੇ ਪਾਕਿਸਤਾਨ ਨੇ ਬਕਾਇਦਾ ਇਹਨਾਂ ਨੂੰ ਆਫਰ ਕੀਤੀ ਕਿ ਜੀ ਇਹਦੀ ਤੁਸੀਂ ਪੂਰੀ ਤਰ੍ਹਾਂ ਤਹਿਕੀਕਾਤ ਕਰਾ ਲਓ, ਜਿੱਥੋਂ ਕਹਿੰਦੇ ਤਹਿਕੀਕਾਤ ਕਰਾ ਲਓ, ਜੇ ਪਾਕਿਸਤਾਨ ਨੂੰ ਲਵਿਸ ਨਿਕਲਿਆ ਤੇ ਅਸੀਂ ਹਰ ਸਜ਼ਾ ਭੁਗਤਣ ਨੂੰ ਤਿਆਰ ਹਾਂ। ਲੇਕਿਨ ਇੰਡੀਆ ਨੇ ਪਾਕਿਸਤਾਨ ਦੀ ਆਫਰ ਕਬੂਲ ਨਹੀਂ ਕੀਤੀ। ਈਵਨ ਕਿ ਪਾਕਿਸਤਾਨ ਨੇ ਇਹ ਵੀ ਕਿਹਾ ਕਿ ਬਈ ਤੁਸੀਂ ਭਾਵੇਂ ਬਾਹਰੋਂ ਇਨਵੈਸਟੀਗੇਸ਼ਨ ਕਰਵਾ ਲਓ, USA ਤੋਂ ਕਰਵਾ ਲਓ, UK ਤੋਂ ਕਰਵਾ ਲਓ, ਜਿੱਥੇ ਵੀ ਤੁਹਾਡਾ ਦਿਲ ਕਰਦਾ ਉੱਥੋਂ ਆਪਣੀ ਤਸੱਲੀ ਕਰਾ ਕੇ ਪੂਰੀ ਤਰ੍ਹਾਂ ਜਿਹੜਾ ਨਾ ਤੁਸੀਂ ਇਹਦੀ ਤਹਿਕੀਕਾਤ ਕਰਾਓ ਤਾਂ ਕਿ ਤੁਹਾਨੂੰ ਪਤਾ ਲੱਗੇ ਕਿ ਤੁਹਾਡੇ ਉੱਤੇ ਹਮਲਾ ਕਿੰਨੇ ਕੀਤਾ, ਪਾਕਿਸਤਾਨ ਨੇ ਕੀਤਾ ਕਿ ਤੁਸੀਂ ਆਪ ਕੀਤਾ। ਲੇਕਿਨ ਤੁਹਾਨੂੰ ਪਤਾ ਨਾ ਕਿ ਉਹ ਜਿਹਨੇ ਕੋਈ ਚੋਰੀ ਕੀਤੀ ਹੁੰਦੀ ਹੈ ਤੇ ਫਿਰ ਉਹ ਸੀਨਾ ਜ਼ੋਰੀ ਵੀ ਕਰ ਰਿਹਾ ਹੁੰਦਾ ਹੈ, ਠੀਕ ਹੈ ਨਾ। ਤੇ ਲਿਹਾਜ਼ਾ ਉਹਨੇ ਇਨਕਾਰੀ ਕਰ ਦਿੱਤੀ, ਉਹਨਾਂ ਨੇ ਕਿਹਾ ਨਹੀਂ ਜੀ ਨਹੀਂ, ਅਸੀਂ ਪਾਕਿਸਤਾਨ ਨੂੰ ਨਹੀਂ ਛੱਡਣਾ। ਫਿਰ ਜਨਾਬ ਇਹਨਾਂ ਨੇ ਮਈ ਦੇ ਪਹਿਲੇ ਹਫਤੇ ਦੇ ਵਿੱਚ ਹੀ ਨਾ ਇਹਨਾਂ ਨੇ ਪਾਕਿਸਤਾਨ ਦੇ ਉੱਤੇ ਹਮਲਾ ਕਰ ਦਿੱਤਾ ਤੇ ਪਾਕਿਸਤਾਨ ਦੇ ਕਈ ਜਿਹੜੇ ਸਨ ਨਾ ਉਹ ਸ਼ਹਿਰੀ ਸ਼ਹੀਦ ਕਰ ਦਿੱਤੇ, ਜਿਹਦੇ 'ਚ ਬੱਚਿਆਂ ਦੀ ਤਾਦਾਦ ਜ਼ਿਆਦਾ ਹੈ। ਫਿਰ ਮਸਜਿਦ ਵੀ ਸਾਡੀ ਮਸਜਿਦ ਨੂਰ ਸੀ, ਉਹਨੂੰ ਸ਼ਹੀਦ ਕਰ ਦਿੱਤਾ, ਠੀਕ ਹੈ। ਤੇ ਇਸੇ ਤਰ੍ਹਾਂ ਜਿਹੜਾ ਸੀ ਨਾ ਇਹਨਾਂ ਨੇ ਕਾਫੀ ਸਾਨੂੰ ਨੁਕਸਾਨ ਪਹੁੰਚਾਇਆ। ਪਾਕਿਸਤਾਨ ਨੇ ਫਿਰ ਕਿਹਾ ਕਿ ਅੱਛਾ ਜੀ ਠੀਕ ਹੈ ਕਿ ਅਸੀਂ ਫਿਰ ਜਿਹੜਾ ਨਾ ਇਹਦਾ ਐਸਾ ਜਵਾਬ ਦੇਵਾਂਗੇ ਕਿ ਦੁਨੀਆ ਜਿਹੜੀ ਨਾ ਉਹ ਵੇਖੇਗੀ ਤੇ ਉਹ ਦੁਨੀਆ ਕਹੇਗੀ ਕਿ ਹਾਂ ਵੀ ਪਾਕਿਸਤਾਨ ਨੇ ਵਾਕਈ ਕੋਈ ਜਵਾਬ ਦਿੱਤਾ। ਤੇ ਜਨਾਬ ਫਿਰ ਪਾਕਿਸਤਾਨ ਨੇ ਅਲਹਮਦੁਲਿਲਾ 10 ਮਈ 2025 ਫਜਰ ਦੀ ਨਮਾਜ਼ ਪੜ੍ਹ ਕੇ ਸਾਡੇ ਹਾਫਿਜ਼ ਸਾਹਿਬ ਨੇ ਫਿਰ ਆਪਣੇ ਜਹਾਜ਼ ਛੱਡ ਦਿੱਤੇ ਤੇ ਉਹਨਾਂ ਨੇ ਫਿਰ ਜਿਹੜੇ ਟਾਰਗੇਟ ਹੈਗੇ ਸਨ ਉਹ ਸਾਰੇ ਅਚੀਵ ਕੀਤੇ। 8 ਜਹਾਜ਼ ਡੁਕਾਏ, ਜਿਹਦੇ ਵਿੱਚ 4 ਜਹਾਜ਼ ਜਿਹੜੇ ਹੈਗੇ ਸਨ ਉਹ ਰਾਫੇਲ ਹੈਗੇ ਸਨ, ਠੀਕ ਹੈ। ਰਾਫੇਲ ਜਿਹੜੇ ਸਨ ਉਹ 4 ਜਹਾਜ਼ ਸਨ, ਉਹ ਡਗਾਏ। ਬਾਕੀ 4 ਦੂਸਰੇ ਇਹਨਾਂ ਦੇ ਆਪਣੇ ਸਨ, ਉਹ ਡਗਾਏ। ਬਾਕੀ ਜਿਹੜੇ ਗਰਾਊਂਡਡ ਹੈਗੇ ਸਨ, ਜਿਹੜੇ ਗਰਾਊਂਡ ਦੇ ਵਿੱਚ ਮੌਜੂਦ ਹੈਗੇ ਸਨ, ਠੀਕ ਹੈ ਨਾ, ਉਹ ਵੀ 25-30 ਜਹਾਜ਼ ਉਹ ਹੈਗੇ ਨੇ ਜਿਹੜੇ ਕਿ ਹਾਲੇ ਤੱਕ ਮੀਡੀਆ ਨੂੰ ਦੱਸ ਨਹੀਂ ਰਹੇ ਤੇ ਉਹ ਵੀ ਜਿਹੜੇ ਸਨ ਡਗਾਏ ਨੇ। ਯਕੀਨ ਮੰਨੋ ਕਿ ਪਾਕਿਸਤਾਨ ਨੇ ਜਿਹੜਾ ਨਾ ਇੰਡੀਆ ਨੂੰ ਬੰਨ ਕੇ ਮਾਰਿਆ, ਐਸਾ ਬਣ ਕੇ ਮਾਰਿਆ ਕਿ ਉਹਦਾ ਅਸਰ ਪੂਰੀ ਦੁਨੀਆ ਤੱਕ ਗਿਆ, ਯੂਰਪ ਤੱਕ ਗਿਆ, ਅਮਰੀਕਾ ਤੱਕ ਤੇ ਕੁਝ ਜ਼ਿਆਦਾ ਹੀ ਚਲਾ ਗਿਆ। ਡੋਨਲਡ ਟਰੰਪ ਤੁਹਾਨੂੰ ਪਤਾ ਹਰ ਤਕਰੀਰ ਦੇ ਵਿੱਚ ਫਿਰ ਇਹੀ ਕਹਿੰਦਾ ਸੀ ਕਿ ਜੀ ਪਾਕਿਸਤਾਨ ਨੇ 8 ਜਹਾਜ਼ ਲਗਾਏ, 8 ਜਹਾਜ਼ ਲਗਾਏ, 8 ਜਹਾਜ਼ ਲਗਾਏ, ਠੀਕ ਹੈ। ਤੇ ਜਨਾਬ ਇੰਡੀਆ ਦੀ ਐਸੀ ਕਿ ਜ਼ਲਾਲਤ ਹੋਈ ਕਿ ਉਹ ਕਿਸੇ ਨੂੰ ਮੂੰਹ ਖਾਣ ਜੋਗਾ ਨਹੀਂ ਰਿਹਾ। ਤੇ ਜਨਾਬ ਅਲੀ 10 ਮਈ ਨੂੰ ਫਿਰ ਪਾਕਿਸਤਾਨ ਨੇ ਆਪਣਾ ਬਦਲਾ ਲਿੱਤਾ ਐਸਾ ਕਿ ਪੂਰੀ ਦੁਨੀਆ ਮੰਨੀ ਫਿਰ ਉਸ ਨੂੰ। ਤੇ ਜਨਾਬ ਅਸੀਂ ਤੇ ਕਿਤਾਬਾਂ ਵਿੱਚ ਪੜ੍ਹਿਆ ਸੀ ਨਾ 65 ਦੀ ਜੰਗ, 71 ਦੀ ਜੰਗ, ਲੇਕਿਨ ਇਹ 10 ਮਈ ਦੀ ਜਿਹੜੀ ਜੰਗ ਹੈ ਨਾ 2025 ਦੀ, ਇਹ ਤੇ ਅਸੀਂ ਜਨਾਬ ਆਪਣੀ ਅੱਖਾਂ ਵੇਖਿਆ ਕਿ ਜਿਹੜਾ ਹੁਣ ਅਸੀਂ ਸਾਰੀ ਜ਼ਿੰਦਗੀ ਨਹੀਂ ਭੁੱਲ ਸਕਦੇ। ਪਾਕਿਸਤਾਨ ਨੇ ਜਨਾਬ ਉਹਨਾਂ ਦੇ ਜਿਹੜੇ ਟਾਰਗੇਟ ਕੀਤੇ ਹੋਏ ਸਨ ਸਾਰੇ ਅਚੀਵ ਕੀਤੇ। ਖਰਬਾਂ ਰੁਪਇਆ ਦਾ ਨੁਕਸਾਨ ਉਹਨਾਂ ਦਾ ਕੀਤਾ, ਖਰਬਾਂ ਰੁਪਇਆ ਦਾ, ਯਾਨੀ ਕਿ ਅਰਬਾਂ ਡਾਲਰ ਜਿਹੜੀ ਕਿ ਇੰਡੀਅਨ ਕਰੰਸੀ ਦੇ ਵਿੱਚ ਖਰਬਾਂ ਰੁਪਏ ਬਣਦੇ ਨੇ। ਉਹ ਇੰਨਾ ਮਾਲੀ ਨੁਕਸਾਨ ਉਹਨਾਂ ਦਾ ਹੋਇਆ ਨਾ ਕਿ ਉਹਨਾਂ ਕੋਲ ਜਿਹੜਾ ਨਾ ਕਿ ਹਾਲੇ ਤੱਕ ਉਹ ਹਜ਼ਮ ਹੋ ਨਹੀਂ ਪਾ ਰਿਹਾ ਤੇ ਪਾਕਿਸਤਾਨ ਨੇ ਜਿਹੜਾ ਨਾ ਬੜਾ ਵੱਡਾ ਮਾਰਕਾ ਮਾਰਿਆ। ਹੁਣ ਜਨਾਬ ਅਸੀਂ ਹਰ ਸਾਲ ਜਿਹੜਾ ਹੈ ਨਾ ਇਸ ਦੀ ਯਾਦ ਵਿੱਚ ਮਾਰਕਾ ਹੱਕ ਮਨਾਉਂਦੇ ਹਾਂ, ਠੀਕ ਹੈ। ਤੇ ਅਸੀਂ ਜਿਹੜਾ ਨਾ ਪੂਰੀ ਪਾਕਿਸਤਾਨੀ ਕੌਮ ਅਸੀਂ ਇਹ ਡਿਸਾਈਡ ਕੀਤਾ ਕਿ ਜੀ ਅਸੀਂ ਹਰ ਸਾਲ 10 ਮਈ ਨੂੰ ਮਾਰਕਾ ਹੱਕ ਮਨਾਇਆ ਕਰਾਂਗੇ ਬਨਿਆਨੁਲ ਮਰਸੂਸ। ਤੇ ਜਨਾਬ
ਇਹਦੇ ਹਵਾਲੇ ਨਾਲ ਪਾਕਿਸਤਾਨ ਦੀ ਜਿਹੜੀ 3 ਅਸੈਂਬਲੀਆਂ ਹੈਗੀਆਂ ਨੇ, ਪੰਜਾਬ ਅਸੈਂਬਲੀ, ਸਿੰਧ ਅਸੈਂਬਲੀ ਤੇ ਬਲੋਚਿਸਤਾਨ ਅਸੈਂਬਲੀ, ਇਹਨਾਂ ਦੇ ਵਿੱਚ ਜਨਾਬ ਕਰਾਰਦਾਦ ਜਿਹੜੀ ਨਾ ਉਹ ਪਾਸ ਹੋ ਗਈਆਂ ਨੇ, ਮਨਜ਼ੂਰ ਹੋ ਗਈਆਂ। ਮਾਂ ਸਵਾਏ ਖੈਬਰ ਪਖਤੂਨਖਵਾ ਦੀ ਜਿਹੜੀ ਅਸੈਂਬਲੀ ਹੈ। ਅੱਛਾ, ਪੂਰੀ ਕੌਮ ਨੇ ਤਾਂ ਜਸ਼ਨ ਮਨਾਇਆ, ਲੇਕਿਨ ਕੀ ਨਾਂ ਲਈਦਾ ਜਿਹੜੀ ਇੱਕ ਇੰਤਸ਼ਾਰੀ ਪਾਰਟੀ ਹੈਗੀ ਨਾ, ਇੰਤਸ਼ਾਰੀ ਜਿਹੜਾ ਟੋਲਾ ਹੈਗਾ, ਉਹਨਾਂ ਨੇ ਜਨਾਬ ਜਿਹੜਾ ਨਾ ਜਸ਼ਨ ਨਹੀਂ ਮਨਾਇਆ। ਉਹਨਾਂ ਨੇ ਜਿਹੜਾ ਨਾ ਇਸ ਚੀਜ਼ ਨੂੰ ਨਹੀਂ ਮਨਾਇਆ। ਉਹ ਤਾਂ ਮੰਨਦੇ ਹੀ ਨਹੀਂ। ਉਹ ਤਾਂ ਕਹਿੰਦੇ ਨਹੀਂ ਕਿ ਲੋ ਜੀ ਕਿ ਮਾਰ ਕੇ ਹੱਕ ਕੋਈ ਹੋਇਆ, ਕੋਈ ਬਨਿਆਨਲ ਮਹਿਸੂਸ ਕੋਈ ਹੋਇਆ। ਉਹ ਤਾਂ ਕਹਿੰਦੇ ਨੇ ਕਿ ਲੋ ਜੀ ਕਿ ਇੰਡੀਆ ਸਾਨੂੰ ਮਾਰ ਕੇ ਚਲਾ ਗਿਆ, ਅਸੀਂ ਤਾਂ ਕੁਝ ਵੀ ਨਹੀਂ ਕੀਤਾ। ਤੁਹਾਨੂੰ ਯਾਦ ਹੈ ਅਲੀਮਾ ਖਾਨ ਕੀ ਕਹਿੰਦੀ ਸੀ? ਅਲੀਮਾ ਖਾਨ ਕਹਿੰਦੀ ਸੀ ਕਿ ਜੀ ਉਹ ਆਣਗੇ ਤਾਂ ਸਾਨੂੰ ਚਪੇੜਾ ਮਾਰ ਕੇ ਚਲੇ ਜਾਣਗੇ ਤੇ ਅਸੀਂ ਅੱਗੋਂ ਕੁਝ ਵੀ ਸਾਨੂੰ ਕਹਾਂਗੇ, ਬਸ ਤੁਸੀਂ ਚੁੱਪ ਕਰਕੇ ਬੈਠੇ ਰਹੋ, ਠੀਕ ਹੈ। ਲੇਕਿਨ ਜਦੋਂ ਪਾਕਿਸਤਾਨ ਨੇ ਕੀਤਾ ਤੇ ਫਿਰ ਇਹਨਾਂ ਦੀ ਜਿਹੜੀ ਬੋਲਤੀ ਬੰਦ ਹੋ ਗਈ ਹੈ। ਤੇ ਲਿਆਦਾ ਉਹ ਕਹਿੰਦੀ ਹੈ ਅਲੀਮਾ ਖਾਨ ਤੇ ਪੂਰੀ ਕੀ ਪੀਟੀਆਈ ਵਾਲੇ, ਉਹਨਾਂ ਨੇ ਜਿਹੜਾ ਨਾ ਉਸ ਦਿਨ ਮਾਤਮ ਕੀਤਾ, ਸੋਗ ਮਨਾਇਆ। ਦੇਖੋ ਸੋਗ ਤੇ ਫਿਰ ਉਹੀ ਮਨਾਏਗਾ ਨਾ ਕਿ ਜਿਹੜੇ ਸਾਡੇ ਦੁਸ਼ਮਣ ਨੇ। ਤੇ ਫਿਰ ਪੀਟੀਆਈ ਵਾਲਿਆਂ ਨੇ ਤਾਂ ਕਹਿ ਦਿੱਤਾ ਕਿ ਅਸੀਂ ਦੁਸ਼ਮਣ ਆ ਪਾਕਿਸਤਾਨ ਦੇ, ਪਾਕਿਸਤਾਨ ਦੀ ਖੁਸ਼ੀਆਂ ਦੇ ਦੁਸ਼ਮਣ ਹੈਗੀਆਂ। ਤੇ ਮਾਂ ਸਵਾਏ ਉਹਨਾਂ ਦੇ ਸਾਰਿਆਂ ਨੇ, ਪੂਰੀ ਪਾਕਿਸਤਾਨ ਨੇ ਜਿਹੜਾ ਨਾ ਮਾਰਕਾ ਹੱਕ ਬੜੇ ਜੋਸ਼ ਤੇ ਜਜ਼ਬੇ ਦੇ ਨਾਲ ਮਨਾਇਆ ਗਿਆ। ਤੇ ਹਰ ਸਾਲ ਜਿਹੜਾ ਨਾ ਇਸ ਨੂੰ ਮਨਾਉਣ ਦਾ ਐਲਾਨ ਕੀਤਾ ਗਿਆ। ਕਰਾਰਦਾਦਾਂ ਪਾਸ ਹੋਈਆਂ ਨੇ, ਕੌਮੀ ਅਸੈਂਬਲੀ ਤੋਂ ਕਰਾਰਦਾਦ ਪਾਸ ਹੋਈ, ਪੰਜਾਬ ਅਸੈਂਬਲੀ ਤੋਂ ਕਰਾਰਦਾਦ ਪਾਸ ਹੋਈ, ਸਿੰਧ ਅਸੈਂਬਲੀ ਤੋਂ ਕਰਾਰਦਾਦ ਪਾਸ ਹੋਈ ਤੇ ਬਲੋਚਿਸਤਾਨ ਅਸੈਂਬਲੀ ਤੋਂ ਕਰਾਰਦਾਦ ਪਾਸ ਹੋਈ ਕਿ ਅਸੀਂ ਹਰ ਸਾਲ ਜਿਹੜਾ ਨਾ ਉਹ ਮਾਰਕਾ ਹੱਕ ਮਨਾਇਆ ਕਰਾਂਗੇ। ਤੇ ਜਨਾਬ ਇਸ ਤਰ੍ਹਾਂ ਜਿਹੜਾ ਸੀ ਕਿ ਪਾਕਿਸਤਾਨ ਜਿਹੜਾ ਨਾ ਹੁਣ ਇਨਸ਼ਾਅੱਲਾ ਤਾਲਾ 14 ਅਗਸਤ ਨੂੰ ਸਾਡੇ ਜਿਹੜੇ ਫੀਲਡ ਮਾਰਸ਼ਲ ਨੇ ਉਹਨਾਂ ਨੇ ਬੜੀ ਜ਼ਬਰਦਸਤ ਤਕਰੀਰ ਕੀਤੀ ਹੈ। ਵਜ਼ੀਰ ਆਜ਼ਮ ਮੀਆਂ ਸ਼ਬਾਸ਼ ਸ਼ਰੀਫ ਉਹਨਾਂ ਨੇ ਬੜੀ ਜ਼ਬਰਦਸਤ ਤਕਰੀਰ ਕੀਤੀ ਹੈ। ਫਿਰ ਸਾਡੇ ਸਦਰ ਪਾਕਿਸਤਾਨ ਜਿਹੜੇ ਆਸਿਫ ਅਲੀ ਜ਼ਰਦਾਰੀ ਸਾਹਿਬ ਉਹਨਾਂ ਨੇ ਬੜੀ ਜ਼ਬਰਦਸਤ ਤਕਰੀਰ ਕੀਤੀ ਹੈ। ਤੇ ਉਹਨਾਂ ਨੇ ਲਹੂ ਗਰਮਾਨ ਵਾਲੀ ਜਿਹੜੀ ਨਾ ਤਕਰੀਰਾਂ ਕੀਤੀਆਂ ਨੇ। ਤੇ ਹਾਫਿਜ਼ ਸਾਹਿਬ ਨੇ ਕਿਹਾ ਕਿ 14 ਅਗਸਤ ਨੂੰ ਅਸੀਂ ਐਸੀ ਚੀਜ਼ਾਂ ਸਾਹਮਣੇ ਲੈ ਕੇ ਆ ਰਹੇ ਹਾਂ ਕਿ ਜਿਹਨੂੰ ਵੇਖ ਕੇ ਦੁਸ਼ਮਣ ਜਿਹੜਾ ਨਾ ਦੰਗ ਰਹਿ ਜਾਏਗਾ ਕਿ ਸਾਡੇ ਕੋਲ ਕੀ ਹੈਗਾ। ਤੇ ਉਹ ਫਿਰ 100 ਵਾਰੀ ਸੋਚੇਗਾ ਕਿ ਪਾਕਿਸਤਾਨ ਤੇ ਹਮਲਾ ਕਰੀਏ ਕਿ ਨਾ ਕਰੀਏ, ਸਮਝ ਆ ਰਹੀ। ਫਿਰ ਉਹਦੇ ਬਾਅਦ ਵਜ਼ੀਰ ਆਲਾ ਪੰਜਾਬ ਮੁਹਤਰਮਾ ਮਰੀਮ ਨਵਾਜ਼ ਸਾਹਿਬਾ ਉਹ ਵਾਗਾ ਬਾਰਡਰ ਚਲੇ ਗਏ ਤੇ ਉੱਥੇ ਜਾ ਕੇ ਉਹਨਾਂ ਨੇ ਜਨਾਬ ਜੋ ਤਕਰੀਰ ਕੀਤੀ ਹੈ ਨਾ, ਉਹਦੀਆਂ ਆਵਾਜ਼ਾਂ ਸਰਹੱਦ ਪਾਰ ਤੋਂ ਵੀ ਆਈਆਂ ਨੇ। ਉਹ ਜਿਹੜਾ ਸਾਡਾ ਚੜ੍ਹਦਾ ਪੰਜਾਬ ਹੈਗਾ ਨਾ, ਉਹ ਜਿਹਨੂੰ ਅਸੀਂ ਚੜ੍ਹਦਾ ਪੰਜਾਬ ਕਹਿੰਦੇ ਹਾਂ, ਤੇ ਉਹ ਉੱਥੇ ਜਨਾਬ ਮਰੀਮ ਨਵਾਜ਼ ਜ਼ਿੰਦਾਬਾਦ ਦੇ ਨਾਰੇ ਲੱਗੇ ਨੇ ਕਿ ਉਹਨਾਂ ਨੇ ਕਿਹਾ ਜੀ ਕਿ ਐਸੀ ਬੱਬਰ ਸ਼ੇਰਨੀ ਜਿਹੜੀ ਨਾ ਅੱਜ ਤੱਕ ਅਸੀਂ ਆਪਣੀ ਜ਼ਿੰਦਗੀ ਨਹੀਂ ਦੇਖੀ ਕਿ ਜਿਹੜੀ ਕਿਸ ਤਰ੍ਹਾਂ ਦੁਸ਼ਮਣਾਂ ਨੂੰ ਲਲਕਾਰਦੀ ਹੈ ਤੇ ਕਿਸ ਤਰ੍ਹਾਂ ਕੰਮ ਜਿਹੜੀ ਨਾ ਉਹ ਕਰਦੀ, ਆਪਣੀ ਕੌਮ ਦੀ ਖਿਦਮਤ ਕਰਦੀ ਪਈ ਹੈ। ਤੇ ਮਰੀਮ ਨਵਾਜ਼ ਸਾਹਿਬ ਨੇ ਵੀ ਵਾਗਾ ਬਾਰਡਰ ਜਾ ਕੇ ਜਿਹੜਾ ਨਾ ਲਹੂ ਗਰਮਾਨ ਵਾਲੀਆਂ ਜਿਹੜੇ ਸਨ ਤਕਰੀਰਾਂ ਕੀਤੀਆਂ ਨੇ। ਤੇ ਉੱਥੇ ਜੋਸ਼ ਤੇ ਵਲਵਲਾ ਜਿਹੜਾ ਸੀ ਨਾ ਉਹ ਵੇਖਣ ਵਾਲਾ ਸੀ। ਇੰਨੀ ਉੱਥੇ ਖਲਕਤ ਆਈ ਹੋਈ ਸੀ ਨਾ ਕਿ ਤੁਸੀਂ ਦੇਖਦੇ ਨਾ ਤੇ ਪੈਰ ਰੱਖਣ ਦੀ ਜਗ੍ਹਾ ਨਹੀਂ ਸੀ, ਇੰਨੀ ਖਲਕਤ ਆਈ ਸੀ। ਤੇ ਜੋ ਨਾਅਰੇਬਾਜ਼ੀ ਹੋਈ ਤੇ ਜੋ ਉੱਥੇ ਪਾਕਿਸਤਾਨ ਦੇ ਹੱਕ ਤੇ ਪਾਕਿਸਤਾਨ ਦੀ ਫੌਜ ਤੇ ਵਾਗਾ ਬਾਰਡਰ ਤੇ ਜਿਹੜੇ ਬੈਠੇ ਨੇ ਸਾਡੇ ਫੌਜੀ, ਉਹਨਾਂ ਦੇ ਇਸੇ ਨਾਅਰੇਬਾਜ਼ੀ ਕੀਤੀ ਹੈ ਕਿ ਇੰਡੀਆ ਦੀ ਤਾਂ ਉੱਥੇ ਮਾਂ ਮਰੀ ਪਈ ਸੀ, ਉੱਥੇ ਕੋਈ ਵੀ ਨਹੀਂ ਸੀ, ਉੱਲੂ ਬੋਲਦੇ ਪਏ ਸਨ, ਕੋਈ ਵੀ ਨਹੀਂ ਸੀ। ਤੇ ਪਾਕਿਸਤਾਨ ਦੇ ਉੱਥੇ ਜੋਸ਼ੋ ਖਰੋਸ਼ ਜਿਹੜਾ ਸੀ ਨਾ ਉਹਨਾਂ ਨੂੰ ਵੇਖ ਕੇ ਜਿਹੜੀ ਸੀ ਨਾ ਤਾਪ ਚੜ ਗਈ ਸੀ। ਬਹਰਹਾਲ ਮਰੀਮ ਨਵਾਜ਼ ਸਾਹਿਬਾ ਦੀ ਜਿਹੜੀ ਲਹੂ ਗਰਮਾਨ ਵਾਲੀ ਤਕਰੀਰਾਂ ਸਨ ਨਾ ਉਹ ਇਸ ਟਾਈਮ ਇੰਡੀਆ ਦੇ ਬੜੀ ਵਾਇਰਲ ਹੋ ਰਹੀਆਂ ਨੇ। ਤੇ ਉੱਧਰ ਦੇ ਜਿਹੜੇ ਸਾਡੇ ਸਿੱਖ ਭਰਾ ਨੇ ਉਹਨਾਂ ਨੇ ਜਨਾਬ ਮਰੀਮ ਨਵਾਜ਼ ਦੇ ਨਾਅਰੇ ਲਾਏ ਨੇ ਤੇ ਉਹਨਾਂ ਨੇ ਕਿਹਾ ਜੀ ਕਿ ਬੱਬਰ ਸ਼ੇਰਨੀ ਹੈ ਤੇ ਜਿਸ ਤਰ੍ਹਾਂ ਦੇ ਕੰਮ ਕਰਦੀ ਹੈ ਮਾਸ਼ਾਅੱਲਾ ਨਾਲ, ਤੇ ਇਸ ਤਰ੍ਹਾਂ ਜਿਹੜੇ ਨਾ ਅੱਜ ਤੱਕ ਕਦੀ ਕਿਸੇ ਨੇ ਕੰਮ ਨਹੀਂ ਕੀਤੇ। ਤੇ ਉਹ ਤੋਂ ਬਾਅਦ ਮਰੀਮ ਨਵਾਜ਼ ਸਾਹਿਬਾ ਚਲੇ ਗਏ ਰਾਵਲਪਿੰਡੀ। ਉੱਥੇ ਉਹਨਾਂ ਨੇ ਮਾਰਕਾ ਹੱਕ ਅੰਡਰਪਾਸ ਦਾ ਜਿਹੜਾ ਸੀ ਨਾ ਇਫਤਤਾਹ ਕੀਤਾ ਰਾਵਲਪਿੰਡੀ ਦਾ। ਇਹ ਜਨਾਬ 180 ਦਿਨ ਦੇ ਵਿੱਚ ਜਿਹੜਾ ਸੀ ਨਾ ਇਹ ਮਨਸੂਬਾ ਬਣਾਇਆ ਗਿਆ, ਜਿਹਦੇ ਵਿੱਚ 3-4 ਤਰਫ ਜਿਹੜੇ ਨਾ ਰੋਡਾਂ ਨਿਕਲਦੀਆਂ ਨੇ ਤੇ ਆਵਾਮ ਦੀ ਜਿਹੜੀ ਟ੍ਰੈਫਿਕ ਦਾ ਜਿਹੜਾ ਪ੍ਰੋਬਲਮ ਸੀ ਨਾ ਉਹਨੂੰ ਦੂਰ ਕਰਨ ਵਾਸਤੇ ਜਿਹੜਾ ਨਾ ਇਹ ਪ੍ਰੋਜੈਕਟ ਜਿਹੜਾ 180 ਦਿਨ ਦੇ ਅੰਦਰ ਤਿਆਰ ਕੀਤਾ ਗਿਆ। ਵਾਗਾ ਬਾਰਡਰ ਤੋਂ ਸਿੱਧਾ ਮਰੀਮ ਨਵਾਜ਼ ਉੱਥੇ ਗਏ, ਉੱਥੇ ਇਫਤਤਾਹ ਕੀਤਾ ਤੇ ਉੱਥੇ ਇਨਸ਼ਾਅੱਲਾ ਤਾਲਾ ਜਿਹੜਾ ਨਾ ਤੁਹਾਨੂੰ ਦੇਖੋਗੇ ਕਿ ਜਿਹੜੇ ਸਾਡੇ ਪਿੰਡੀ ਦੇ ਰਹਿਣ ਵਾਲੇ ਜਿਹੜੇ ਹੈਗੇ ਨੇ ਸਾਡੇ ਭੈਣ ਭਰਾ, ਉਹਨਾਂ ਨੂੰ ਕਿਸੇ ਕਿਸਮ ਦੀ ਕੋਈ ਦੁਸ਼ਵਾਰੀ, ਲੇਕਿਨ 180 ਦਿਨਾਂ ਦੇ ਵਿੱਚ ਇਹ ਪ੍ਰੋਜੈਕਟ ਤਿਆਰ ਹੋਇਆ। ਜੇ ਕਿਸੇ ਨੇ ਕੰਮ ਕਰਨਾ ਹੁੰਦਾ ਨਾ ਤੇ ਉਹਦੀ ਨੀਅਤ ਦੇਖਿਆ ਕਰੋ ਕਿ ਉਹਦੀ ਨੀਅਤ ਕੀ ਹੈ, ਤੇ ਅੱਲਾਹ ਤਾਲਾ ਨੀਅਤ ਹੀ ਦੇ ਰਿਹਾ। ਤੇ ਅੱਲਾਹ ਤਾਲਾ ਨੇ ਨੀਅਤ ਦੇ ਬਦੌਲਤ ਹੀ ਜਿਹੜਾ ਨਾ ਇਹਨਾਂ ਨੂੰ ਜਿਹੜਾ ਨਾ ਇੱਥੇ ਹੁਕਮਰਾਨ ਬਣਾਇਆ, ਕਿਉਂਕਿ ਸ਼ਰੀਫ ਖਾਨਦਾਨ ਜਦੋਂ ਵੀ ਹੁਕੂਮਤ ਦੇ ਵਿੱਚ ਆਉਂਦਾ ਨਾ ਪਾਕਿਸਤਾਨ ਦੇ ਵਿੱਚ ਖੁਸ਼ਹਾਲੀ ਆਉਂਦੀ ਹੈ, ਤਰੱਕੀ ਆਉਂਦੀ ਹੈ, ਕਾਮਯਾਬੀ ਆਉਂਦੀ ਹੈ। ਤੇ ਬਹਰਹਾਲ ਮਾਰਕਾ ਹੱਕ ਦੇ ਹਵਾਲੇ ਦੇ ਨਾਲ ਪੂਰੀ ਦੁਨੀਆ ਦੇ ਵਿੱਚ ਜਿੱਥੇ ਵੀ ਓਵਰਸੀਜ਼ ਪਾਕਿਸਤਾਨੀ ਨੇ ਉਹਨਾਂ ਨੇ ਜੀ ਜਸ਼ਨ ਮਨਾਇਆ ਆਪਣੀ ਐਮਬੈਸੀਆਂ ਦੇ ਵਿੱਚ ਜਾ ਕੇ, ਤੇ ਪਾਕਿਸਤਾਨ ਦੇ ਹੱਕ ਤੇ ਪਾਕਿਸਤਾਨ ਦੀ ਰਿਆਸਤ ਦੇ ਹੱਕ ਦੇ ਵਿੱਚ ਨਾਰੇ ਲਾਏ ਨੇ। ਤੇ ਲਿਹਾਜ਼ਾ ਅਸੀਂ ਵੀ ਆਪਣਾ ਵੀਲੌਗ ਐਸੇ ਨਾਰੇ ਦੇ ਨਾਲ ਇਖਤਤਾਮ ਕਰਾਂਗੇ। ਪਾਕਿਸਤਾਨ ਜ਼ਿੰਦਾਬਾਦ ਤੇ ਪਾਕਿਸਤਾਨ ਦੀ ਰਿਆਸਤ, ਪਾਕਿਸਤਾਨ ਦੀ ਫੌਜ ਪਾਇੰਦਾਬਾਦ। ਮਾਰਕਾ ਹੱਕ ਇਨਸ਼ਾਅੱਲਾ ਤਾਲਾ ਹਰ ਸਾਲ ਮਨਾਇਆ ਜਾਏਗਾ ਤੇ ਮਾਰਕਾ ਹੱਕ ਜ਼ਿੰਦਾਬਾਦ।